हर पात निहिन जेह रूप रंग अर रेख पेख को कह न सकत के अचल मूरत अनपौ प्रकार अमितोज किह जय कोट इंद्रेंद्रान साहे साहान गणिजय तिरपवन महीप सुर नर असुर नेत नेत बन तिरन कहत सर्वनाम कथ कवन कर्म नाम वर्णत सुमत अस कृपान खंड खड़ग तबुक तवर आरती सब सरोही सहथी जह हमारा पीर तीर तुही सथी तुही तवर तरवार नाम तिहारो जो जपै है सिंध पव पार काल तुही काली तुही तेगी अरतीर तुही निशानी जीत की आज तुही जगबीर खड़ग केत मैं शरण तिहारी आप हाथ दे लिहो उवारी सर्व ठौर मोह सहाई दुष्ट दोख ते लिहो बचाई नमस्कार श्री खड़ग को करो सुहित चित लाय पूर्ण करो ग्रंथे तुम करो सहाय मुख चिरै शास्त्र खट पिंग गिरन चढ़ जाय अंध लखै बदरो सुनै जो काल कृपा कराय कहाँ बुद्ध प्रभ तुच्छ हमारी बरन सकै महिमा जो तिहारी हम न सकत कर सिफत तुम्हारी आप लिहो तम कथा सुधारी हम न सकत कर सिफत तुम्हारी आप लिहो तम कथा सुधारी। वाहेगुरु साहिब जीओ अथ रुद्र अवतार वर्णनं श्री भगवती जी सहाय तोटक छंद सब ही जन धर्म के कर्म लगे तज जोग की रीत की प्रीत भगे जब धर्म चले तब जियो बड़े जन कोट स्वरूप के ब्रह्म गड्डे अथ रुद्र अवतार वर्णनं
ਸ੍ਰੀ ਭਗਵਤੀ ਜੀ ਸਹਾਇ। ਤੋਟਕ ਛੰਦ ਸਭ ਹੀ ਜਨ ਧਰਮ ਕੇ ਕਰਮ ਲਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਲੜੀਵਾਰ ਵਿੱਚ ਮੁੜ ਤੋਂ ਪ੍ਰਾਰੰਭ ਹੋਈ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਵਿਚਾਰਾਂ ਕਰਕੇ ਮਹਾਨ ਲਾਹੇ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਵਿਸ਼ਨੂੰ ਜੀ ਨੇ ਅਕਾਲ ਪੁਰਖ ਦੀ ਆਗਿਆ ਨਾਲ ਬ੍ਰਹਮਾ ਦਾ ਅਵਤਾਰ ਧਾਰਨ ਕੀਤਾ, ਕਿਉਂਕਿ ਜਿਸ ਸਮੇਂ ਵੀ ਵੇਦਾਂ ਦੀ ਰੀਤੀ ਮਰਿਆਦਾ ਖਤਮ ਹੋ ਜਾਂਦੀ ਹੈ, ਤਦੋਂ ਜਿਹੜਾ ਬ੍ਰਹਮਾ ਹੈ ਸੰਸਾਰ ਦੇ ਵਿੱਚ ਵਾਹਿਗੁਰੂ ਦੇ ਹੁਕਮ ਨਾਲ ਇਹ ਪ੍ਰਗਟ ਪ੍ਰਤੱਖ ਹੋ ਜਾਂਦਾ ਹੈ। ਉਹ ਬ੍ਰਹਮਾ ਅਤੇ ਵਿਸ਼ਨੂੰ ਦੇ ਵਿੱਚ ਕੋਈ ਫਰਕ ਨਾ ਸਮਝੀਏ, ਕਿਉਂਕਿ ਬ੍ਰਹਮਾ ਹੀ ਵਿਸ਼ਨੂੰ ਹੈ, ਵਿਸ਼ਨੂੰ ਹੀ ਬ੍ਰਹਮਾ ਹੈ, ਉਸੇ ਦਾ ਅਵਤਾਰ ਹੈ। ਇਸੇ ਤਰ੍ਹਾਂ ਜਿਵੇਂ ਵਿਸ਼ਨੂੰ ਨੇ ਰੁਦਰ ਦਾ ਅਵਤਾਰ ਧਾਰਨ ਕੀਤਾ, ਸ਼ਿਵਾ ਦਾ ਅਵਤਾਰ ਧਾਰਿਆ, ਉਹ ਪ੍ਰਸੰਗਾ ਸ਼ੁਰੂ ਹੋ ਰਿਹਾ। ਦਸਵਾਂ ਅਵਤਾਰ ਇਹ ਬ੍ਰਹਮਾ ਦਾ ਸੀ, ਹੁਣ 11ਵਾਂ ਅਵਤਾਰ ਸ਼ਿਵ ਜੀ ਦਾ ਹੈ। ਉਹ ਜਿਵੇਂ ਪ੍ਰਸੰਗ ਗੁਰੂ ਕਲਗੀਧਰ ਜੀ ਨੇ ਆਪਣੀ ਪਵਿੱਤਰ ਬਾਣੀ ਦੁਆਰਾ ਸੋਹਣੇ ਕਾਵਿ ਦੇ ਨਿਯਮਾਂ ਵਿੱਚ ਵਿਚਾਰਨ ਕੀਤਾ ਹੈ, ਉਹ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਉਹਦੇ ਪ੍ਰੇਮ ਸਹਿਤ ਸੁਣੀਏ ਜੀ। ਅਥ ਰੁਦਰ ਅਵਤਾਰ ਵਰਣਨ। ਹੁਣੇ ਬ੍ਰਹਮਾ ਦੇ ਅਵਤਾਰ ਤੋਂ ਉਪਰੰਤ ਜਿਵੇਂ ਵਿਸ਼ਨੂੰ ਜੀ ਨੇ ਰੁਦਰਾ ਅਵਤਾਰ ਧਾਰਿਆ, ਸ਼ਿਵ ਜੀ ਦਾ ਅਵਤਾਰ ਧਾਰਿਆ, ਉਹ ਪ੍ਰਸੰਗ ਵਰਣਨ ਕਰਦੇ ਕਥਨ ਕਰਦੇ ਹਾਂ। ਇਹ ਸ੍ਰੀ ਭਗਵਤੀ ਜੀ ਘਟ ਪ੍ਰਗਾਸ ਬਨ ਵਾਹਿਗੁਰੂ ਜੀ ਸਹਾਈ ਹੋਣ। ਤੋਟਕ ਛੰਦ ਸਭ ਹੀ ਜਨ ਧਰਮ ਕੇ ਕਰਮ ਲਗੇ। ਜਦੋਂ ਸਾਡੇ ਪੁਰਖ ਧਰਮ ਰੂਪ ਜਿਹੜੇ ਕਰਮ ਉਹਨਾਂ ਵਿੱਚ ਲੱਗ ਗਏ, ਪਾਪ ਪੁੰਨ ਰੂਪ ਕਰਮ ਕਰਨ ਲੱਗ ਪਏ, ਤਜ ਜੋਗ ਕੀ ਰੀਤ ਕੀ ਪ੍ਰੀਤ ਭਗੇ। ਆ ਪਰਮੇਸ਼ਰ ਨਾਲ ਜੁੜਨ ਦੀ ਜਿਹੜੀ ਰੀਤੀ ਹੈ ਉਹ ਛੱਡ ਦਿੱਤੀ ਤੇ ਪ੍ਰੀਤ ਭਗੇ। ਆਪੋ ਵਿੱਚ ਹੀ ਇੱਕ ਦੂਸਰੇ ਨਾਲ ਪ੍ਰੀਤੀ ਕਰਨ ਲਈ ਭਗੇ ਦੌੜੇ। ਉਹਦੇ ਨਾਲ ਪ੍ਰੀਤੀ ਕਰਦਾ, ਉਹਦੇ ਨਾਲ ਆਪ ਸੰਸਾਰ ਦੀ ਆਪ ਪਰਿਵਾਰ ਦੀ ਪ੍ਰੀਤੀ ਵਾਲੀ ਦੌੜੇ। ਆਪੋ ਵਿੱਚ ਹੀ ਪਰਿਵਾਰ ਦੀ ਪ੍ਰੀਤੀ ਵਿੱਚ ਕੋਈ ਕਿਧਰੇ ਦੌੜਿਆ ਫਿਰਦਾ, ਕਮਾਈ ਲੈ ਕੇ ਕਿਧਰੇ ਭੱਜਾ ਫਿਰਦਾ। ਅੱਜ ਕੱਲ੍ਹ ਵੀ ਆ ਫਿਰ ਸਹੀ ਹੈ। ਉਸ ਵੇਲੇ ਵੀ ਕਹਿੰਦੇ ਪਰਮੇਸ਼ਰ ਵਿੱਚ ਜੁੜਨ ਦੀ ਰੀਤੀ ਮਰਿਆਦਾ ਛੱਡਦੀ ਹੈ, ਰੱਬ ਵਿੱਚ ਕੋਈ ਨਹੀਂ ਜੁੜਦਾ। ਮਾਇਆ ਜੋੜਨ ਲਈ, ਪਰਿਵਾਰ ਨਾਲ ਪ੍ਰੀਤੀ ਕਰਨ ਲਈ ਇੱਧਰ ਉੱਧਰ ਦੌੜ ਭੱਜ ਕਰ ਰਹੇ ਆ ਸਾਰੇ। ਜਬ ਧਰਮ ਚੱਲੇ ਤਬ ਜੀਓ ਵੱਡੇ। ਕਹਿੰਦੇ ਜਦੋਂ ਧਰਮ ਰੂਪ ਕਰਮ ਚੱਲਦਾ ਹੈ, ਤੁਰਦਾ ਹੈ, ਪੁੰਨ ਰੂਪ ਕਰਮ ਵੱਧਦੇ ਤਾਂ ਜੀਆਂ ਦਾ ਵਾਧਾ ਹੋ ਜਾਂਦਾ ਹੈ, ਸ੍ਰਿਸ਼ਟੀ ਵੱਧ ਜਾਂਦੀ ਹੈ। ਕਿਉਂਕਿ ਪਾਪ ਰੂਪ ਕਰਨ ਤੋਂ ਕੋਈ ਉਪਦਰ ਹੁੰਦਾ ਹੈ, ਲੜਾਈ ਝਗੜੇ ਹੁੰਦੇ ਹੈ, ਸ੍ਰਿਸ਼ਟੀ ਘਟ ਜਾਂਦੀ ਹੈ। ਜਦੋਂ ਪੁੰਨ ਰੂਪ ਕਰਮ ਕਰਦੇ
फिर सृष्टि बल फल जाती है। जो धर्म भी चलता है, पुन रूप कर्म चलता है, तो जीवां दा वाधा हो जाता है। जन कोट स्वरूप के ब्रह्म गढ़े। मानो जरा ब्रह्म है वो परेशानियां करोड़ां जड़ियां स्वरूप की शक्लां उन्होंने गढ़े की घड़ लैंदा है। यानी वो ब्रह्मा ने करोड़ां शक्लां ही परेशानियां धारण कर लियां, घड़ लियां, बना लियां हन। तोटक जग जीवन भार भरी धरनी। हुण जो बहुते लोग हो गए हैं इस संसार दे जीवां दे भार नाल जिहड़ी धरती है वो भरी की है, भारी हो गई है, बोझल हो गई है। दुख आकल जात नहीं भरनी। कहते दुखां विच धरती व्याकुल हो गई है। जिवें वो व्याकुल हुई है, जात नहीं भरनी। कहते वो भरनी कथन नहीं की जा सकती है, बयान नहीं की जा सकती, दसी नहीं जा सकती है। संसार दे जीवां दे भार नाल धरती किन्नी कहते व्याकुल हो गई है, वो दसन तो बारी है। धर रूप गऊ दद सिंध गई। बेचारी जिहड़ी धरती है और जीवां दे भार नाल दुखी हुई, व्याकुल हुई, घबराई हुई, गऊ दा रूप जा धारण करके जिथे दुध दा समुंदर है, जिन्हों खीर समुंदर कहते, शीर कहो, खीर कहो। खीर का भी अर्थ दुध है, शीर का अर्थ भी दुध ही है। और दुध के समुंदर विच बनू गई है। जग नायक पै दुख रोत पई। मेरा संसार का मालिक है वो काल पुरख है, ਉਹਦੇ ਕੋਲ ਜਾ ਕੇ अपना दुख रोया है भी लोग बहुते बढ़ गए, बहुता बोझ मेरे से पै गया धरती से, मैं तो चुकिया नहीं जाता, मैं व्याकुल हाँ, कोई बंदोबस्त करो वाहिगुरु जी। तोटक हस काल प्रसन्न भये तब ही। जदों दुख नाल रोई है धरती, अकाल पुरख वाहिगुरु जी प्रसन्न हो गए, खिड़खड़ा के हस पे हन। दुख सौनन भूम सुनियो जब ही। जदों कहते धरती का जिहड़ा दुख है अपने कन्ना विच सुनिया अकाल पुरख ने। ढिग बिसन बुलाए लयो अपने। उसे वेले अकाल पुरख ने जिहड़ा विष्णु है ਉਹਨੂੰ ਆਪਣੇ ਕੋਲ ਬੁਲਾ ਲਿਆ, ਸੱਦ ਲਿਆ। ਇਹ ਭਾਂਤ ਕਹਿਓ ਤਿਹ ਕੋ ਸੁਪਨੇ। ਸੋ ਆਪਣੇ ਅਰਥ ਵਾਸਤੇ ਪਰ ਸ਼ੇਰ ਹੋਊਗਾ। ਸੋ ਆਪਣੇ ਆਪਣੇ ਵੱਲੋਂ ਜਾਂ ਵਿਸ਼ਨੂੰ ਹੀ ਆਪਣਾ ਦੂਜਾ ਸਰੂਪ ਹੈ, ਸੋ ਆਪਣੇ ਆਪ ਨੂੰ ਸੁਪਨੇ ਦਾ ਸੁਪਨੇ ਵਿੱਚ ਨਹੀਂ, ਸੋ ਆਪਣੇ ਆਪ ਨੂੰ ਇਸ ਤਰ੍ਹਾਂ ਕਿਹਾ या अपने वालों विष्णु भगवान नू इस तरह कहा है। टोटक सुकह्यो तुम रुद्र स्वरूप। अकाल पुरख ने कहा भी विष्णु तू हुण कहंदे शिव जी का रूप धारण कर लै, जग जीवन को चल नाश करो। इस तरह चल के संसार दे जिन्ने जीव है ਉਹਨਾਂ ਦਾ ਨਾਸ਼ ਕਰਦੇ, ਉਹਨਾਂ ਨੂੰ ਮਾਰ ਮੁਕਾ ਦੇ। ਤਬ ਹੀ ਤਿਹ ਰੁਦਰ ਸਰੂਪ ਧਰਿਓ। ਅਕਾਲ ਪੁਰਖ ਦੀ ਆਗਿਆ ਨਾਲ ਤਦੋਂ ਹੀ ਕਹਿੰਦੇ ਉਹ ਵਿਸ਼ਨੂੰ ਨੇ ਰੁਦਰ ਦਾ ਸਰੂਪ ਧਾਰਨ, ਸ਼ਿਵ ਜੀ ਦਾ ਸਰੂਪ ਧਾਰਨ ਕਰ ਲਿਆ। ਜਗ ਜੰਤ ਸੰਘਾਰ ਕਜੋਗ ਕਰਿਓ। ਕਹਿੰਦੇ ਸੰਸਾਰ ਦੇ ਜੀਵਾਂ ਨੂੰ ਮਾਰ ਮਾਰ ਕੇ ਜੋ ਕਰਤਾ ਠੀਕ ਕਰਤਾ, ਪੂਰੇ ਸੈੱਟ ਕਰਤਾ। जिन्ने क चाहिए सी उन्ने क रख ले, बाकी सारे मार मुकाए। तोटक कहो शिव जैसे युद्ध किए। हाँ, गुरु गोबिंद सिंह साहब महाराज जी कहते हैं खालसा जी, जिस तरह फिर विष्णु का अवतार शिव जी ने हो के
उन्होंने संसार दे जिस तरह कहते जंग युद्ध भी किते तरसूल फड़ के जां पिनाकी नाम दा धनक फड़ के सुख संतन को जेह भांत दिए जिस तरह जेड़े संत है यानी देवी देवते उन्होंने कहते सुख दिते गनहो जेह भांत भरी गिरजा कोई प्रसंग कहांगा कहे हो मैं कहांगा प्रसंग जिस तरह कहते शिव जी ने जंग युद्ध कीते गन हो जाए भांत भरी बिरहा फिर विचार पूर्वक दसांगा जिस तरह कहते वो शिव जी ने गिरजा की जी हिमालय की पुत्री पार्वती है ਉਹਨੂੰ ਭਰਿਆ ਸੀ ਉਹਨੂੰ ਵਿਆਹਿਆ ਸੀ ਜਗ ਜੀਤ ਸੁਯੰਬਰ ਮੋਹ ਸਪ੍ਰਭਾ ਆ ਸੰਸਾਰ ਦੇ ਵਿੱਚ ਜਿੱਤ ਕੇ ਸੁੰਬਰ ਦੇ ਵਿੱਚ ਪ੍ਰਭਾ ਸਹਿਤ ਸੋਭਾ ਸਹਿਤ ਟੋਟਕ ਜਨ ਜਿਮ ਅੰਧਕ ਸੋ ਹਰ ਜੁਧ ਕਰਿਓ ਫਿਰ ਇਸੇ ਤਰ੍ਹਾਂ ਜਿਵੇਂ ਅੰਧਕ ਨਾਮ ਦਾ ਜਿਹੜਾ ਦੈਨ ਸੀ ਅਤੀਤੀ ਦੇ ਪੇਟੋਂ ਪੈਦਾ ਹੋਇਆ ਸੀ ਜਿਸ ਦਾ ਪੁਰਾਣਾ ਵਿੱਚ ਲਿਖਿਆ ਵੀ 1000 ਤਾਂ ਸਿਰ ਸੀ 2000 ਬਾਹਾਂ ਸੀ ਹੈ ਸੀ ਅੱਖਾਂ ਤੋਂ ਅੰਨਾ ਕਹਿੰਦੇ ਅੰਧਕ ਦੈਨ ਇਸ ਤਰ੍ਹਾਂ ਕਹਿੰਦੇ ਜਿਵੇਂ ਉਹਨੂੰ ਸ਼ਿਵ ਜੀ ਨੇ ਮਾਰਿਆ ਜੰਗ ਕਰਕੇ ਉਹ ਵੀ ਪ੍ਰਸੰਗ ਕਹਾਂਗੇ ਜਿਹ ਭਾਂਤ ਮਨੋਜ ਕੁਮਾਨ ਹਰਿਓ ਫਿਰ ਇਸ ਤਰ੍ਹਾਂ ਕਹਿੰਦੇ ਕਾਮਦੇਵ ਦੇ ਦਾ ਜਿਹੜਾ ਮਾਨ ਸੀ ਹੰਕਾਰ ਸੀ ਉਹ ਨਾਸ਼ ਕਰਤਾ ਉਹਨੂੰ ਦਗਧ ਕਰ ਦਿੱਤਾ ਸੀ ਦਲ ਦੈਤ ਦਲੇ ਕਰ ਕੋਪ ਜਿਮ ਫਿਰ ਜਿਵੇਂ ਸ਼ਿਵ ਜੀ ਨੇ ਕਹਿੰਦੇ ਗੁੱਸਾ ਕਰਕੇ ਦੈਂਤਾਂ ਦੇ ਦਲ ਜਿਹੜੇ ਸੀ ਉਹ ਦਲ ਮਰ ਦਿੱਤੇ ਉਹ ਵੀ ਪ੍ਰਸੰਗ ਕਹਾਂਗੇ ਕਹਿਓ ਸਭ ਸ਼ੋਰ ਪ੍ਰਸੰਗ ਤਿਮੰ ਇਹ ਸਾਰੇ ਜਿਹੜੇ ਪ੍ਰਸੰਗ ਹੈ ਸ਼ੋਰ ਕੀਏ ਤਿਵੇਂ ਤਿਵੇਂ ਸ਼ੋਰ ਕੀਏ ਖੋਲ ਕੇ ਵਿਸਥਾਰ ਪੂਰਵਕ ਅਸੀਂ ਕਹਾਂਗੇ ਪਾਦਰੀ ਛੰਦ ਜਬ ਹੋਤ ਧਰਨ ਭਾਰਾ ਕਰਾਤ ਕਹਿੰਦੇ ਜਦੋਂ ਜਿਹੜੀ ਧਰਤੀ ਹੈ ਕਹਿੰਦੇ ਭਾਰੀ ਹੋ ਜਾਂਦੀ ਹੈ ਤੇ ਭਾਰ ਨਾਲ ਖਰਾਂਚ ਕੀ ਕਰ ਲਾਉਂਦੀ ਹੈ ਜਦ ਘਬਰਾ ਜਾਂਦੀ ਹੈ ਤਬ ਭਰਤ ਨਾਹਿ ਤੇ ਹਿਰਦੇ ਸ਼ਾਂਤ ਧਰਤੀ ਦੇ ਹਿਰਦੇ ਵਿੱਚ ਸ਼ਾਂਤੀ ਨਹੀਂ ਪੈਂਦੀ ਹੈ ਉਹ ਵਿਅਕਲ ਹੁੰਦੀ ਹੈ ਘਬਰਾਉਂਦੀ ਹੈ ਚੱਲ ਦਦ ਸਮੁੰਦਰ ਕਰਈ ਪੁਕਾਰ ਫਿਰ ਜਿਹੜੀ ਧਰਤੀ ਹੈ ਜਿੱਥੇ ਦੁੱਧ ਦਾ ਸਮੁੰਦਰ ਹੈ ਉੱਥੇ ਚੱਲ ਕੇ ਉੱਥੇ ਜਾ ਕੇ ਪੁਕਾਰ ਕਰਦੀ ਫਰਿਆਦ ਕਰਦੀ ਹੈ ਤਬ ਧਰਤ ਵਿਸ਼ਨ ਰੁਦਰਾਵਤਾਰ ਉਸੇ ਵੇਲੇ ਫਿਰ ਜਿਹੜਾ ਵਿਸ਼ਨੂੰ ਹੈ ਰੁਦਰ ਦਾ ਸ਼ਿਵਾ ਦਾ ਅਵਤਾਰ ਧਾਰਨ ਕਰ ਲੈਂਦਾ ਹੈ ਕਾਦਰੀ ਛੰਦ ਤਬ ਕਰਤ ਸਕਲ ਦਾਨਵ ਸੰਘਾਰ ਉਸੇ ਵੇਲੇ ਸ਼ਿਵ ਜੀ ਕਹਿੰਦੇ ਸਾਰੇ ਦਾਨੋ ਦੈਂਤਾਂ ਦਾ ਸੰਘਾਰ ਕਰਦਾ ਹੈ ਮਾਰ ਦਿੰਦਾ ਹੈ ਕਰ ਦਰਜ ਪ੍ਰਲਵ ਸੰਤਨ ਉਧਾਰ ਆ ਦਾਨੋ ਦੈਂਤਾਂ ਦੀ ਪਰਲੋ ਕਰ ਲੈਂਦਾ ਹੈ ਜਿਹੜੇ ਸੰਤ ਦੇਵਤੇ ਉਹਨਾਂ ਨੂੰ ਬਚਾ ਲੈਂਦਾ ਹੈ ਇਹ ਭਾਂਤ ਸਕਲ ਕਰ ਦੁਸ਼ਟ ਨਾਸ ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਿਵ ਜੀ ਹੈ ਸਾਰੇ ਦੁਸ਼ਟ ਦੈਂਤਾਂ ਦਾਨਵਾਂ ਦਾ ਨਾਸ਼ ਕਰਕੇ ਪੁੰਨ ਕਰਤ ਹਿਰਦੈ ਭਗਤਾਨ ਬਾਸ ਫਿਰ ਕਹਿੰਦੇ ਭਗਵਾਨ ਬਾਸ ਪੁੰਨ ਕਰਤ ਹਿਰਦੈ ਭਗਵਾਨ ਬਾਸ ਫਿਰ ਕਹਿੰਦੇ ਭਗਵਾਨ ਦੇ ਹਿਰਦੇ ਵਿੱਚ ਨਿਵਾਸ ਕਰ ਲੈਂਦਾ ਹੈ ਜਾਂ ਭਗਤਾਨ ਵਾਸ ਵੀ ਭਗਤਾਂ ਦੇ ਹਿਰਦੇ ਵਿੱਚ ਵਸਦਾ ਹੈ ਆ ਮੁੱਖ ਪਾਠ ਭਗਵਾਨ ਵਾਸ ਭਗਵਾਨ ਦੇ ਹਿਰਦੇ ਵਿੱਚ ਨਿਵਾਸ ਕਰਦਾ ਹੈ ਟੋਟਕ ਤ੍ਰਿਪਰਾ ਇੱਕ ਦੈਤ ਬੜਿਓ ਤਿਰਪੁਰੰ ਐਸੇ ਤਰ੍ਹਾਂ ਇੱਕ ਤਿਰਪੁਰ ਨਾਮ ਦਾ ਦੈਤ ਉਹ ਤਿੰਨ ਪੁਰੀਆਂ ਜੀ ਨੇ ਬਣਾਈਆਂ ਸੀ ਦੈਤ ਨੇ ਇੱਕ ਸੋਨੇ ਦੀ ਪੁਰੀ ਬਣਾਈ ਸੀ ਇੱਕ ਚਾਂਦੀ ਦੀ ਇੱਕ ਲੋਹੇ ਦੀ ਆ ਤਿੰਨ ਪੁਰੀਆਂ ਵਾਲਾ ਇੱਕ ਦੈਤ ਕਹਿੰਦੇ ਤਿਰਪੁਰੋਂ ਕੀ ਤਿੰਨਾਂ ਪੁਰੀਆਂ ਵਿੱਚ ਹੀ ਬਲਿਆ ਹੈ ਜਿਹ ਤੇਜ ਤਪੈ ਰਵ ਜੋ ਤਿਰਪੁਰੰ ਜਿਵੇਂ ਤਿੰਨ ਪੁਰੀਆਂ ਵਿੱਚ ਤਿੰਨਾਂ ਲੋਕਾਂ ਵਿੱਚ ਸੂਰਜ ਦਾ ਤੇਪ ਤਪਦਾ ਹੈ
ਇਸੇ ਤਰ੍ਹਾਂ ਉਹ ਤਿਰਪੁਰਦੈਨ ਦਾ ਵੀ ਜਿਹੜਾ ਤੇਪ ਹੈ ਸੂਰਜ ਵਾਂਗ ਹੀ ਤਿੰਨੇ ਪੁਰੀਆਂ ਵਿੱਚ ਤਪਦਾ ਸੀ। ਬਰਦਾਰ ਮਹਾਸੁਰ ਐਸ ਭਇਓ। ਹਾਂ, ਬਰਦਾਏ ਹੈ ਕਿ ਬਰਦਾਰ? ਬਰਦਾਏ ਮਹਾਸੁਰ ਐਸ ਭਇਓ। ਹਾਂ, ਬਰਦਾਏ ਬਲਵਾਨ ਮਹਾਨ ਜਿਹੜਾ ਆਸੁਰ ਹੈ ਉਹ ਦੈਤ ਇਸ ਤਰ੍ਹਾਂ ਦਾ ਹੋਇਆ ਹੈ ਬਲਵਾਨ। ਜਿਨ ਲੋਕ ਚਤੁਰ 10 ਜੀਤ ਲਿਓ। ਇਸ ਤਿਰਪੁਰ ਦੈਤ ਨੇ 14 ਲੋਕਾਂ ਨੂੰ ਕਹਿੰਦੇ ਜਿੱਤ ਲਿਆ ਹੋਇਆ ਸੀ। ਟੋਟਕ ਜੋ ਏਕ ਹੀ ਬਾਣ ਹਨੈ ਤਿਰਪੁਰੰ। ਕਹਿੰਦੇ ਜਿਹੜਾ ਇੱਕੋ ਉਹ ਤੀਰ ਮਾਰੇ ਤਿਰਪੁਰ ਦੈਤ ਨੂੰ ਸੋ ਨਾਸ ਕਰੈ ਤਿਹ ਦੈਤ ਦੁਰੰ। ਉਹੀ ਕਹਿੰਦੇ ਜਿਹੜਾ ਭੈੜਾ ਦੈਤ ਹੈ ਤਿਰਪੁਰ ਉਹਨੂੰ ਨਾਸ ਕਰ ਸਕਦਾ ਜਿਹੜਾ ਇੱਕੋ ਤੀਰ ਮਾਰੇ ਤੇ ਤਿੰਨੇ ਪੁਰੀਆਂ ਨੂੰ ਨਾਸ ਕਰ ਦੇਵੇ। ਅਸ ਕੋ ਪ੍ਰਗਟਿਓ ਕਬ ਤਾਹਿ ਗਨੈ। ਐਸਾ ਕੌਣ ਪ੍ਰਗਟ ਹੋਇਆ ਸੀ, ਕਿਹੜਾ ਜੰਮਿਆ ਸੀ? ਕਵੀ ਕਹਿੰਦੇ ਵਿਚਾਰ ਪੂਰਵਕ ਦੱਸਦਾ ਹੈ। ਇੱਕ ਬਾਣ ਹੀ ਸੋਪੁਰ ਤੀਨ ਹਨੈ। ਇਹਨੇ ਇੱਕੋ ਬਾਣ ਦੇ ਨਾਲ ਤਿੰਨੇ ਪੁਰੀਆਂ ਨੂੰ ਨਾਸ ਕਰ ਦਿੱਤਾ ਸੀ। ਟੋਟਕ ਸ਼ਿਵ ਧਾਏ ਚੱਲਿਓ ਤੇ ਮਾਰਨ। ਉਹ ਸੀ ਕਹਿੰਦੇ ਇੱਕੋ ਤੀਰ ਨਾਲ ਮਾਰਨ ਵਾਲਾ ਸ਼ਿਵ ਜੀ। ਉਹ ਤਿਰਪੁਰ ਦੈਤ ਨੂੰ ਮਾਰਨ ਵਾਸਤੇ ਫਿਰ ਧਾਵਾ ਕਰਕੇ ਚਲਿਆ ਹੈ। ਜਗ ਕੇ ਸਭ ਜੀਵ ਉਦਾਹਰਨ ਕੋ। ਸੰਸਾਰ ਦੇ ਜੀਵਾਂ ਨੂੰ ਬੜਾ ਹੀ ਦੁੱਖ ਦੇ ਰਿਹਾ ਸੀ ਤਿਰਪੁਰ ਦੈਤ। ਸਾਰੇ ਸੰਸਾਰ ਦੇ ਜੀਵਾਂ ਨੂੰ ਦੁੱਖਾਂ ਤੋਂ ਬਚਾਉਣ ਲਈ ਕਰ ਕੋਪ ਤਜਿਓ ਸਿਤ ਸੁਧ ਸਰੰ। ਜਾਂਦਿਆਂ ਸਾਰ ਸ਼ਿਵ ਜੀ ਨੇ ਗੁੱਸਾ ਜਾ ਕਰਕੇ ਸਿਰ ਕੀ ਚਿੱਟਾ ਜਿਹੜਾ ਸ਼ੁੱਧ ਤੀਰ ਹੈ ਭਾਵੇਂ ਮਾਸ਼ ਵਾਰ ਕੇ ਲਿਸ਼ਕਾਇਆ ਹੋਇਆ ਤੀਰ ਹੈ ਉਹ ਚਲਾਇਆ ਹੈ, ਛੱਡਿਆ ਹੈ। ਇੱਕ ਬਾਰ ਹੀ ਨਾਸ਼ ਕੀਓ ਤਿਰਪੁਰੰ। ਕਹਿੰਦੇ ਇੱਕੋ ਤੀਰ ਦੇ ਨਾਲ ਤਿਰਪੁਰ ਦੈਨ ਦੀਆਂ ਜਿਹੜੀਆਂ ਤਿੰਨੇ ਪੁਰੀਆਂ ਨੂੰ ਨਾਸ਼ ਕਰ ਦਿੱਤਾ ਹੈ। ਸੋਨੇ ਦੀ ਵੀ, ਚਾਂਦੀ ਦੀ ਵੀ, ਲੋਹੇ ਦੀ ਪੁਰੀ ਵੀ ਖਤਮ ਕਰ ਦਿੱਤੀ ਹੈ, ਤਬਾਹ ਕਰ ਦਿੱਤੀਆਂ ਹਨ। ਟੋਟਕ ਲਖ ਕੌਤਕ ਸਾਧ ਸਭੈ ਹਰਖੇ। ਇਹੋ ਜਿਹਾ ਕੌਤਕ ਜਾਣ ਕੇ ਵੀ ਇੱਕ ਤੀਰ ਸ਼ਿਵ ਜੀ ਨੇ ਮਾਰਿਆ ਤੇ ਤਿਰਪੁਰ ਦੈਨ ਦੀਆਂ ਤਿੰਨੇ ਪੁਰੀਆਂ ਨਾਸ਼ ਕਰਕੇ ਤਬਾਹ ਕਰਕੇ ਰੱਖਤੀਆਂ ਹੈ। ਉਹ ਜਿਹੜੇ ਸਾਧੂ ਸੀ ਭਾਵ ਦੇਵਤੇ ਸੀ ਉਹ ਜਾਣ ਕੇ ਤੱਕ ਬੜੇ ਖੁਸ਼ ਹੋਏ। ਸਭੈ ਜਿੰਨੇ ਵੀ ਪਿੱਠੇ ਤੇ ਭੱਬੇ ਨਾਲ ਪਾਠ ਆਏ ਸਾਰੇ ਬੱਬਿਆਂ ਨਾਲ ਹੀ ਸ਼ੁੱਧ ਸਮਝਣੇ ਹਨ। ਸੁਮਨੰ ਬਰਖਾ ਨਭ ਤੇ ਬਰਖੇ। ਆ ਖੁਸ਼ੀ ਦੇ ਵਿੱਚ ਕਹਿੰਦੇ ਆਕਾਸ਼ ਦੇ ਵਿੱਚੋਂ ਸਾਰੇ ਜਿਵੇਂ ਬਾਰਿਸ਼ ਹੁੰਦੀ ਆ ਫੁੱਲ ਬਰਸਾਉਣਾ ਕੀਤੇ ਹਨ। ਧੁਨ ਪੂਰ ਰਹੀ ਜੈ ਸਦ ਹੁਅੰ। ਹਰ ਪਾਸੇ ਕਹਿੰਦੇ ਸ਼ਿਵ ਜੀ ਦੀ ਜਿਹੜੀ ਜੈ ਜੈ ਦੀ ਧੁਨ ਹੈ, ਆਵਾਜ਼ ਹੈ, ਉਹ ਸਦ ਜਸ ਦੀ ਪੂਰਨ ਹੋ ਰਹੀ ਹੈ, ਭਰ ਰਹੀ ਹਰ ਪਾਸੇ ਜੈ ਭਗਵਾਨ ਜੈ ਸਿਵਾ ਉਹੀ ਆਵਾਜ਼ ਹੋ ਰਹੀ ਹੈ। ਗਿਰ ਹੇਮ ਹਲਾਚਲ ਕੰਪ ਭੂਅੰ। ਆ ਜਿਹੜਾ ਹਿਮਾਲਾ ਪਹਾੜ ਹੈ ਉਹਦੇ ਵਿੱਚ ਵੀ ਹਲਚਲ ਪੈ ਗਈ, ਹਲਚਲੀ ਮਚ ਗਈ ਹੈ ਤੇ ਧਰਤੀ ਵੀ ਕੰਬ ਗਈ ਹੈ। ਟੋਟਕ ਦਿਨ ਕੇਤਿਕ ਬੀਤ ਗਏ ਜਬ ਹੀ। ਤਿਰਪੁਰ ਦੈਤ ਨੂੰ ਜਦੋਂ ਮਾਰਿਆ ਕੁਝ ਕੁ ਦਿਨ ਫੇਰ ਲੰਘ ਗਏ। ਅਸਰੰਦਕ ਬੀਰ ਬਿਓ ਤਬ ਹੀ। ਇਸੇ ਤਰ੍ਹਾਂ ਬਿਓ ਕੇ ਦੂਸਰਾ ਇੱਕ ਵੀਰ ਕੀ ਹੈ ਸੂਰਖ ਉਸ ਅੰਧਕ ਹੋ ਗਿਆ। ਅੰਧਕ ਦੈਤ ਕਹਿੰਦੇ ਪੈਦਾ ਹੋ ਗਿਆ ਹੈ। ਤਬ ਬੈਲ ਚੜਿਓ ਗਹਿ ਸੂਲ ਸਿਵੰ। ਉਹ ਅੰਧਕ ਦੈਤ ਨੂੰ ਮਾਰਨ ਵਾਸਤੇ ਹੱਥ ਵਿੱਚ ਕਹਿੰਦੇ ਸ਼ਿਵ ਜੀ ਤਰਸੂਲ ਜਾ ਫੜ ਕੇ ਵੇ ਬਲਦ ਉੱਪਰ ਚੜ ਪਿਆ ਹੈ। ਸੁਰ ਚੌਕ ਚੱਲੇ ਹਰ ਕੋਪ ਕਿਵੰ। ਉਸੇ ਵੇਲੇ ਵੀ ਸ਼ਿਵ ਜੀ ਕਿਵੇਂ ਕ੍ਰੋਧ ਕਰਕੇ ਅੰਧਕ ਦੈਤ ਨੂੰ ਮਾਰੇਗਾ। ਜਿੰਨੇ ਦੇਵਤੇ ਹੈ ਉਹ ਚੌਕੀਏ ਤਰਫ ਕੇ ਜੇ ਬੜੇ ਚਰਜੇ ਹੋਏ ਚੱਲੇ ਹਨ।
ਟੋਟਕ ਗਣ ਗੰਧਰਵ ਜਛ ਸਭੈ ਉਰਗੰ। ਜਿੰਨੇ ਗਣ ਸੀ, ਜਿੰਨੇ ਦੇਵਤਿਆਂ ਦੇ ਗੰਧਰਵ ਰਾਗੀ ਸੀ, ਜਿੰਨੇ ਕਬੀਰ ਦੇ ਸੇਵਕ ਜਸ਼ ਸੀ, ਜਿੰਨੇ ਉਰਗੋਂ ਕੀ ਸੱਪ ਸੀ, ਬਾਸ਼ਕ ਨਾਗ, ਤਛਕ ਨਾਗ, ਸ਼ੇਸ਼ ਨਾਗ ਆਲਕ, ਸਵੈ ਭੱਬੇ ਨਾਲ ਨਹੀਂ ਬੱਬੇ ਨਾਲ ਸ਼ੁੱਧ ਹੈ। ਵਰਦਾਨ ਦਿਓ ਸੇਵਕੋ ਦੁਰਗੰ। ਹੋਰ ਜਿਹੜੀ ਦੁਰਗਾ ਦੇਵੀ ਹੈ, ਸਾਰਿਆਂ ਨੇ ਕਹਿੰਦੇ ਸ਼ਿਵਾ ਨੂੰ ਬਲ ਦਿੱਤਾ ਹੈ। ਤੂੰ ਬਈ ਜਿਹੜਾ ਅੰਧਕ ਦੈ ਤਾਂ ਉਹਨੂੰ ਬੜੀ ਛੇਤੀ ਮਾਰ ਮੁਕਾ ਦੇ। ਹਨ ਹੋ ਨਿਰਖੰਤ ਮੁਰਾਰ ਸੁਰੰ। ਇਸ ਤਰ੍ਹਾਂ ਕਹਿੰਦੇ ਹਨ ਹੋ ਨਿਰਖੰਤ ਮੁਰਾਰ ਸੁਰੰ। ਉਹ ਇਸ ਤਰ੍ਹਾਂ ਪਰਸ਼ੇਦ ਕਰਕੇ ਅਮਰ ਆਰ ਸੁਰੰ। ਅਮਰ ਨੌ ਦੇਵਤਿਆਂ ਦਾ ਹੁੰਦਾ ਹੈ, ਆਰ ਨੌ ਬੈਰੀ ਦਾ ਹੁੰਦਾ, ਅਸੁਰ ਨੌ ਦੈਂਤਾਂ ਦਾ ਹੈ। ਜਿਹੜੇ ਦੇਵਤਿਆਂ ਦੇ ਬੈਰੀ ਦੈਂਤ ਹੈ, ਇਹ ਸਾਰਿਆਂ ਦੇ ਦੇਖ ਕੇ ਤੂੰ ਮਾਰ ਦੇਵੇਂ। ਇਹ ਸਭ ਨੇ ਵਰਦਾਨ ਦਿੱਤੇ ਹਨ ਕਿ ਸਾਡੇ ਸਾਰੇ ਦੇ ਦੇਖਦਿਆਂ ਦੇਵਤਿਆਂ ਦਾ ਜਿਹੜਾ ਬੈਰੀ ਹੈ ਦੈਂਤ ਅੰਧਕ, ਉਹਨੂੰ ਤੂੰ ਮਾਰ ਮੁਕਾਵੇਂ। ਤ੍ਰਿਪੁਰਾਰ ਹਨਿਓ ਜਿਮ ਕੈ ਤ੍ਰਿਪੁਰੰ। ਜਿਸ ਤਰ੍ਹਾਂ ਤਿੰਨਾਂ ਪੁਰੀਆਂ ਵਾਲਾ ਤ੍ਰਿਪੁਰਾਰ ਨਾਮ ਦਾ ਦੈਂਤ ਨੇ ਮਾਰਿਆ ਹੈ, ਇਸੇ ਤਰ੍ਹਾਂ ਸ਼ਿਵਾ ਹੈ ਜਿਹੜਾ ਅੰਧਕ ਦੈਂਤ ਹੈ, ਉਹਨੂੰ ਵੀ ਤੂੰ ਮਾਰ ਦੇਵੇਂ। ਸਭ ਨੇ ਵਰਦਾਨ ਦਿੱਤੇ ਇਸ ਨੂੰ। ਟੋਟਕ ਉਹ ਔਰ ਚੜੇ ਦਲ ਲੈ ਦੁਜਨੰ। ਮਹਾਰਾਜ ਕਹਿੰਦੇ ਖਾਲਸਾ ਜੀ ਉਧਰ ਉਹ ਜਿਹੜੇ ਦੁਜਨੋਂ ਕੀ ਖੋਟੇ ਦੈਂਤ, ਉਹ ਵੀ ਆਪਣਾ ਦਲ ਜਾ ਲੈ ਕੇ ਚੜ ਪਏ। ਭਾਵ ਅੰਧਕ ਦੈਂਤ ਆਪਣਾ ਦੈਂਤਾਂ ਦਾ ਦਲ ਲੈ ਕੇ ਚੜ ਪਿਆ ਹੈ। ਇਹ ਔਰ ਰਿਸਿਓ ਗਹਿ ਸੂਲ ਸਿਵੰ। ਇਧਰ ਸ਼ਿਵ ਜੀ ਆਪਣੇ ਹੱਥਾਂ ਵਿੱਚ ਤਰਸੂਲ ਜਾ ਫੜ ਕੇ ਵੀ ਗੁੱਸੇ ਵਿੱਚ ਹੀ ਆ ਗਿਆ, ਕ੍ਰੋਧ ਵਿੱਚ ਹੀ ਆ ਗਿਆ। ਰਣ ਰੰਗ ਰੰਗੇ ਰਣ ਧੀਰ ਰਣੰ। ਹਾਂ, ਜਿਹੜੇ ਰਣ ਧੀਰ ਸੂਰਮੇ ਜੰਗ ਦੇ ਵਿੱਚ ਧੀਰ ਧਾਰੀ ਹੈ, ਧੀਰ ਧਾ ਕੇ ਜੰਗ ਕਰਨ ਵਾਲੇ ਰੰਗ ਰੰਗੇ। ਉਹ ਜੰਗ ਦੇ ਰੰਗ ਵਿੱਚ ਰੰਗੇ ਗਏ, ਜੰਗ ਦੇ ਪ੍ਰੇਮ ਵਿੱਚ ਰੰਗੇ ਗਏ ਹਨ। ਜਨ ਸੋਬਤ ਪਾਵਕ ਜਵਾਲ ਬਣੰ। ਉਹ ਕਹਿੰਦੇ ਸੂਰਬੀਰ ਜੰਗ ਦੇ ਰੰਗ ਵਿੱਚ ਜਿੱਤੇ ਹੋਏ ਲਾਲੋ ਲਾਲ ਹੋ ਰਹੇ ਚਿਹਰੇ। ਜਨ ਸੋਬਤ ਪਾਵਕ ਜਵਾਲ ਬਣੋ। ਜਿਵੇਂ ਕਹਿੰਦੇ ਅੱਗ ਦੀ ਲਾੜ ਸੋਭਦੀ ਹੁੰਦੀ ਹੈ ਕਿਸੇ ਬਣ ਵਿੱਚ, ਹਾਂ ਜੰਗਲ ਵਿੱਚ, ਜਾਂ ਇਸ ਤਰ੍ਹਾਂ ਜਿਵੇਂ ਅੱਗ ਦੀ ਲਾਟ ਬਣੀ ਹੋਈ ਉਹ ਸੋਭਦੀ ਹੁੰਦੀ, ਸਜਦੀ ਹੁੰਦੀ, ਲਾਲੋ ਲਾਲ ਇਸ ਤਰ੍ਹਾਂ ਸੋਭ ਰਹੇ ਹਨ। ਟੋਟਕ ਦਨ ਦੇਵ ਦੋ ਰਣ ਰੰਗ ਰਚੇ। ਜਿੰਨੇ ਦਾਨੋ ਹੈ ਤੇ ਦੇਵਤੇ ਹਨ, ਇਹ ਦੋਵੇਂ ਜੰਗ ਦੇ ਰੰਗ ਵਿੱਚ ਰਚ ਮਿਚ ਗਏ, ਤਦਾਕਾਰ ਹੋ ਗਏ। ਗਹਿ ਸ਼ਾਸਤਰ ਸਭੈ ਰਸ ਰੁਦਰ ਮਚੇ। ਆਪੋ ਆਪਣੇ ਸ਼ਾਸਤਰ ਫੜ ਕੇ ਉਹ ਕਹਿੰਦੇ ਸਾਰੇ ਰੁਦਰ ਰਸ ਵਿੱਚ ਮਚੇ ਤਦਾਕਾਰ ਹੋ ਗਏ ਹਨ। ਸਰ ਛਾੜਤ ਵੀਰ ਦੋ ਹਰਖੇ। ਦੋਹਾਂ ਤਰਫਾਂ ਤੋਂ ਸੂਰ ਵੀ ਤੀਰ ਚਲਾਉਂਦੇ ਹੋਏ ਖੁਸ਼ ਹੋ ਰਹੇ, ਜਾਂ ਖੁਸ਼ ਹੋ ਕੇ ਚਲਾਉਂਦੇ, ਜਾਂ ਹਰਖ ਕੇ ਗੁੱਸੇ ਵਿੱਚ ਆ ਕੇ ਤੀਰ ਚਲਾਉਂਦੇ। ਜਨ ਅੰਤ ਪਰਲੈ ਘਨ ਕਿਸੇ ਬਰਖੇ। ਤੀਰ ਕਾਹਦੇ ਚੱਲਦੇ, ਜਾਨੀ ਅੰਤ ਦੇ ਸਮੇਂ ਜਦੋਂ ਪਰਲੋਂ ਆਉਂਦੀ ਹੈ ਤੇ ਉਹ ਬੱਦਲ ਵਰਸਦਾ ਹੁੰਦਾ, ਪਾਣੀ ਜਿਵੇਂ ਬੱਦਲ ਜਾ ਫਟ ਜਾਏ, ਜਿਵੇਂ ਅੰਤ ਦੇ ਸਮੇਂ ਪਰਲੋਂ ਸਮੇਂ ਕਹਿੰਦੇ ਬੱਦਲ ਬਾਰਿਸ਼ ਕਰਦਾ ਹੁੰਦਾ, ਉਹ ਤੀਰ ਬਰਸਾਏ ਹਨ। ਰਾਮਲ ਛੰਦ ਘਾਏ ਖਾਏ ਭਜੇ ਸੁਰਾਰਦਨ। ਹਾਂ, ਸੁਰ ਆਰਦਨ ਜਿਹੜੇ ਕੋਈ ਦੇਵਤਿਆਂ ਦੇ ਆਰਕੀ ਬੈਰੀ ਹਨ ਦੈਤ,
ਉਹ ਬਾਰ ਖਾ ਕੇ ਫਟ ਖਾ ਕੇ ਭਜ ਤੁਰੇ ਹਨ। ਓਪ ਓਪ ਮਿਟਾ ਜਿਹੜਾ ਕਦੇ ਬਹੁਤਾ ਗੁੱਸਾ ਜਾਂ ਚੜਿਆ ਸੀ ਉਹ ਸਾਰਾ ਮਿਟਾ ਦਿੱਤਾ ਹੈ। ਅੰਧ ਕੰਧ ਫਿਰਿਓ ਤਵੈ ਫਿਰ ਜਿਹੜਾ ਅੰਧਕ ਜਿਹੜਾ ਦੈਂਤ ਹੈ ਉਹ ਫਿਰਿਆ ਹੈ ਹਰ ਪਾਸੇ। ਜੈ ਧੁੰਦ ਬੀਨ ਬਜਾ ਆਪਣੀ ਜੈ ਦੀ ਜਿਹੜੀ ਧੁੰਦ ਹੈ ਜਿਸ ਦਾ ਧੌਂਸਾ ਨੂੰ ਬੁਝਾਉਂਦਾ ਹੋਇਆ। ਸੂਲ ਸਹਿਤ ਪਰਗ ਪਸਟ ਇਸੇ ਤਰ੍ਹਾਂ ਸੂਲ ਲੋਹੇ ਦੀਆਂ ਬਰਸ਼ੀਆਂ ਪਰਗ ਕੀ ਜਿਹੜੇ ਗੰਡਾਸੇ ਹਨ ਪਟ ਇਸੇ ਤਰ੍ਹਾਂ ਕੁਹਾੜੇ ਹਨ ਜਾਂ ਪਟ ਸਿੱਖ ਸ਼ਸਤਰ ਦਾ ਨਾਂ ਜਿਹਨੂੰ ਪਟਾ ਕਹਿ ਦਿੰਦੇ ਪਟਾ ਸ਼ਸਤਰ। ਹੋਰ ਤੀਰ ਓਗ ਪ੍ਰਹਾਰ ਸਮੂਹ ਮਾਰਨਾ ਕੀਤੇ। ਬਾਣ ਓਗ ਪ੍ਰਹਾਰ ਬਾਣ ਤੀਰ ਕਹਿੰਦੇ ਸਮੂਹ ਮਾਰੇ ਹਨ। ਪੇਲ ਪੇਲ ਗਿਰੇ ਸੁਬੀਰਨ ਇਸ ਤਰ੍ਹਾਂ ਕਹਿੰਦੇ ਸੂਰਬੀਰ ਜਿਹੜੇ ਹੈ ਉਹ ਪੇਲ ਪੇਲ ਕੇ ਦਵਾ ਦਵਾ ਕੇ ਡਿੱਗ ਪਏ ਡਿੱਗ ਦਿੱਤੇ ਹਨ। ਕੀਲ ਜਾਨਤ ਮਾਰ ਜਾਣੀ ਕੇਲ ਦਾ ਅਰਥ ਖੇਲ ਪਾਠ ਹੈ। ਖੇਲ ਜਾਨਤ ਮਾਰ ਜਾਣੀ ਤੁਮਾਰ ਦੀ ਖੇਲ ਖੇਲ ਕੇ ਡਿੱਗੇ ਪਏ। ਉਹ ਜਿਵੇਂ ਕੋਈ ਲੁੱਡੀ ਪਾ ਕੇ ਬੱਚੇ ਨੱਚ ਟੱਪ ਕੇ ਫਿਰ ਧਰਤੀ ਤੇ ਡਿੱਗ ਪੈਂਦੇ ਨਾ ਇਸ ਤਰ੍ਹਾਂ ਕਹਿੰਦੇ ਡਿੱਗੇ ਪਏ। ਰਾਮਲ ਸੇਲ ਰੇਲ ਭਈ ਤਹਾ ਅਰ ਉੱਥੇ ਕਹਿੰਦੇ ਸੇਲਿਆਂ ਦੀ ਜਿਹੜੀ ਹੈ ਰੇਲ ਪਈ ਧੱਕਮ ਧੱਕੀ ਹੋਈ ਹੈ। ਉਧਰ ਉਹ ਸੇਲਾ ਮਾਰਦੇ ਇਧਰੋਂ ਇੱਧਰ ਦੇ ਕੇ ਮਾਰਦੇ। ਅਰ ਤੇਗ ਤੀਰ ਪ੍ਰਹਾਰ ਹੋਰ ਤੇਗਾ ਤੇ ਤੀਰ ਵੀ ਮਾਰਦੇ ਹਨ। ਗਾਹੇ ਗਾਹੇ ਫਿਰੇ ਫਵਜਨ ਗਾਹੇ ਗਾਹੇ ਕੀ ਜਗ੍ਹਾ ਜਗ੍ਹਾ ਥਾਂ ਥਾਂ ਫੌਜਾਂ ਫਿਰ ਰਹੀਆਂ। ਬਾਹੇ ਬਾਹੇ ਹਥਿਆਰ ਵਾਹੇ ਵਾਹੇ ਕੀ ਵਾਹੋ ਦਾਹੀ ਜਿਹੜੇ ਹਥਿਆਰ ਹੈ ਵਾਹੇ ਕੀਏ ਚਲਾਉਂਦੇ ਆ ਵਾਹੋ ਦਾਹੀ ਇੱਕ ਦੂਸਰੇ ਤੇ ਹਥਿਆਰ ਸ਼ਾਸਤਰ ਚਲਾਉਂਦੇ ਆ ਬਾਉਂਦੇ ਆ। ਅੰਗ ਭੰਗ ਪਰੇ ਕਹੂੰ ਕਿਤੇ ਅੰਗ ਟੁੱਟੇ ਹੋਏ ਪਏ ਹਨ। ਸਰਬੰਗ ਸਰੋਣਤ ਪੂਰ ਔਰ ਕਹਿੰਦੇ ਲਹੂ ਦੇ ਨਾਲ ਭਰੇ ਪਏ ਲਿਬੜੇ ਪਏ। ਏਕ ਏਕ ਵੀਰ ਅਨੇਕਨ ਜਿਹੜੇ ਕੋਈ ਸੂਰਬੀਰ ਹੈ ਜਿਨ੍ਹਾਂ ਨੇ ਸ੍ਰੀ ਸ਼ਰਤੇ ਸ਼ਹੀਦੀਆਂ ਪਾ ਲਈਆਂ ਇੱਕ ਇੱਕ ਸੂਰਬੀਰ ਨੇ ਅਨੇਕਾਂ ਹੀ। ਹੇਰ ਹੇਰ ਸਹੂਰ ਕਹਿੰਦੇ ਵੇਖ ਵੇਖ ਕੇ ਚੰਗੀਆਂ ਹੂਰਾਂ ਇੱਕ ਇੱਕ ਸੂਰਬੀਰ ਨੇ ਅਨੇਕਾਂ ਬਰੀਆਂ ਵਿਆਹੀਆਂ। ਰਾਮਲ ਚੌਰ ਚੀਰ ਰਥੀ ਰਥੋਤਮ ਫਿਰ ਉੱਥੇ ਜਿਹੜੇ ਚੌਰ ਪਏ ਐ ਚੀਰ ਦਸਤਾਰਾਂ ਪੱਗਾਂ ਪਈਆਂ ਰਥੀ ਜਿਹੜੇ ਰਥ ਚਲਾਉਣ ਪਏ ਰਸ ਪਏ ਹਨ। ਬਾਜ ਰਾਜ ਅਨੰਤ ਰਥੋਤਮ ਚੌਰ ਚੀ ਰਥੀ ਰਥੋਤਮ ਬਾਜ ਰਾਜ ਅਨੰਤ ਉੱਤਮ ਜਿਹੜੇ ਰਥ ਹੈ ਤੇ ਰਥੀ ਰਥਾਂ ਨੂੰ ਚਲਾਉਣ ਵਾਲੇ ਹਨ। ਰਥਵਾਹੀ ਚੌਰ ਤੇ ਚੀਰ ਦਸਤਾਰਾਂ ਬਾਜ ਘੋੜੇ ਰਾਜ ਘੋੜੇ ਪਾਵ ਮਹਾਨ ਜਿਹੜੇ ਕੋਈ ਚੰਗੇ ਕਿਸਮ ਦੇ ਘੋੜੇ ਹੈ ਜਿਹਨਾਂ ਦਰਿਆਈ ਘੋੜੇ ਇਹ ਵੀ ਅੰਤ ਹੀ। ਸ਼੍ਰੋਣ ਕੀ ਸਰਤਾ ਉੱਠੀ ਹਰ ਪਾਸੇ ਪਏ ਖਿਲਰੇ ਲਹੂ ਦੀ ਤਾਂ ਨਦੀ ਕਹਿੰਦੇ ਉੱਥੇ ਚੱਲ ਪਈ ਉੱਠ ਗਈ। ਸੋ ਬੇਅੰਤ ਰੂਪ ਦੁਰੰਤ ਸਾਰਿਆਂ ਨੇ ਕਹਿੰਦੇ ਬੜਾ ਭਿਆਨਕ ਰੂਪ ਜਾਂ ਬੇਅੰਤ ਧਾਰਨ ਕੀਤਾ ਭਿਆਨਕ ਰੂਪ ਵਾਲੇ ਦਿਸਦੇ। ਸਾਜ ਬਾਜ ਕਟੇ ਕਹੂੰ ਕਿਤੇ ਕਹਿੰਦੇ ਜਿਹੜੇ ਘੋੜਿਆਂ ਦੇ ਸਾਜ ਸੂਜੇ ਕੱਟੇ ਪਏ। ਗਜ ਰਾਜ ਤਾਜ ਅਨੇਕ ਹਾਥੀ ਜਿਹੜੇ ਰਾਜ ਹਾਥੀ ਹੈ ਅਨੇਕਾਂ ਜਿਹੜੇ ਕੋਈ ਤਾਜ ਤੂਜਦੇ ਹਨ ਉਹ ਕੱਟੇ ਪਏ। ਉਸ਼ਟ ਪੁਸ਼ਟ ਗਿਰੇ ਕਹੂੰ ਕਿਤੇ ਜਿਹੜੇ ਰੇਸ਼ਟ ਪੁੱਟ ਉੱਠ ਹੈ ਉਹ ਮਰੇ ਡਿੱਗੇ ਪਏ ਹਨ।
ਰਿਪ ਬਾਚੀਆਂ ਨਹੀਂ ਏ। ਗੱਲ ਕੀ ਜਿਹੜਾ ਦੇਵਤਿਆਂ ਦਾ ਸ਼ਿਵ ਜੀ ਦਾ ਕੋਈ ਬੈਰੀ ਆ ਇੱਕ ਵੀ ਨਹੀਂ ਬਚਿਆ ਹੈ। ਰਾਮਲ ਛੰਦ ਛਾੜ ਛਾੜ ਚੱਲੇ ਤਹਾ ਨ੍ਰਿਪ। ਉੱਥੇ ਕਹਿੰਦੇ ਜਿਹੜੇ ਰਾਜੇ ਆ ਛੱਡ ਛੱਡ ਕੇ ਜੰਗ ਚੱਲ ਪਏ ਹਨ। ਸਾਜ ਬਾਜ ਅਨੰਤ ਆਪਣਾ ਸਾਜੋ ਸਮਾਨ ਆਪਣੇ ਬੇਅੰਤ ਘੋੜੇ ਵੀ। ਗਾਜ ਗਾਜ ਹਨੇ ਸਦਾ। ਇਸ ਤਰ੍ਹਾਂ ਕਹਿੰਦੇ ਬਿਜਲੀ ਨੂੰ ਗਰਜ ਕੇ ਹਮੇਸ਼ਾ ਜਿਹੜਾ ਸ਼ਿਵ ਜੀ ਮਾਰਦਾ ਹੈ। ਸਿਵ ਸੂਰਬੀਰ ਦੁਰੰਤ ਜਿਹੜਾ ਸ਼ਿਵ ਜੀ ਹੈ ਸੂਰਬੀਰ ਕਹਿੰਦੇ ਭਿਆਨਕ ਦੈਂਤਾਂ ਨੂੰ। ਭਾਜ ਭਾਜ ਚੱਲੇ ਹਠੀ। ਜਿਹੜੇ ਹਠੀਏ ਦੈਨ ਸੀ ਉਹ ਭਾਜ ਪਾ ਕੇ ਭੱਜ ਚੱਲੇ ਹਨ। ਹਥਿਆਰ ਹਾਥ ਵਿਸਾ। ਹੱਥਾਂ ਦੇ ਜਿਹੜੇ ਹਥਿਆਰ ਉਹ ਵੀ ਭੁਲਾਤੇ ਹੈ, ਉਹ ਵੀ ਛੱਡਤੇ ਹੈ, ਪਤਾ ਹੀ ਨਹੀਂ ਵੀ ਕਿੱਧਰ ਹੈ। ਬਾਜ ਪਾਣ ਕਮਾਨ ਛਾੜ। ਹਾਂਜੀ ਬਾਣ ਪਾਣ ਕਮਾਨ ਛਾੜ। ਹਾਂ ਤੀਰ ਵੀ ਹੱਥਾਂ ਵਿੱਚੋਂ ਛੱਡ ਦਿੱਤੇ ਹੈ, ਕਮਾਣਾ ਧਨਕ ਵੀ ਹੱਥ ਵਿੱਚੋਂ ਛੱਡ ਦਿੱਤੇ ਹੈ। ਸੋ ਚਰਮ ਬਰਮ ਵਿਸਾਰ। ਉਹ ਜਿਹੜੀਆਂ ਚਰਮ ਕੀ ਢਾਲਾਂ ਬਰਮ ਕੀ ਸਜੋ ਹੈ ਉਹ ਵੀ ਭੁਲਾ ਦਿੱਤੀਆਂ ਸਭ ਨੇ। ਨਰਾਜ ਛੰਦ ਜਿਤੇਕ ਸੂਰ ਧਾਈਆਂ। ਇਹਨੇ ਕਹਿੰਦੇ ਸੂਰ ਵੀ ਧਾਵਾ ਕਰਕੇ ਜਾਂਦੇ ਹਨ। ਤਿਤੇਕ ਰੁਦਰ ਘਾਈਆਂ। ਉਹਨੇ ਕਹਿੰਦੇ ਜਿਹੜਾ ਸ਼ਿਵ ਜੀ ਉਹਨਾਂ ਨੂੰ ਮਾਰ ਦਿੰਦਾ ਹੈ। ਜਿਤੇਕ ਔਰ ਧਾਵਹੀ। ਪਰ ਕਹਿੰਦੇ ਜਿੰਨੇ ਕੁ ਹੋਰ ਕਹਿੰਦੇ ਬੈਰੀ ਇਹ ਧਾਵਾ ਕਰਕੇ ਜਾਣਗੇ ਸ਼ਿਵ ਜੀ ਤੇ ਤਿਉ ਮਹੇਸ਼ ਘਾਵਹੀ। ਉਹਨਾਂ ਨੂੰ ਕਿਹੜਾ ਛੱਡੇਗਾ, ਉਹਨਾਂ ਨੂੰ ਵੀ ਸ਼ਿਵ ਜੀ ਮਾਰ ਮੁਕਾਏਗਾ। ਨਰਾਜ ਕਮੰਦ ਅੰਧ ਉਠਹੀ। ਉੱਥੇ ਮੈਦਾਨੇ ਜੰਗ ਵਿੱਚ ਅੰਧਾ ਧੁੰਦ ਜਿਹੜੇ ਉਹ ਕਮੰਦ ਕੀਏ ਧੜਜੇ ਉੱਠਦੇ ਹਨ। ਵਿਸ਼ੇਖ ਬਾਣ ਬੁੱਠਹੀ। ਵਿਸ਼ੇਸ਼ ਕਰਕੇ ਜਿਹੜੇ ਤੀਰ ਹੈ ਉੱਥੇ ਬੁੱਠੀ ਕੀਏ ਬਰਸਦੇ ਹਨ। ਪਿਨਾਕ ਪਾਨ ਤੇ ਹਨੇ। ਹਾਂ ਸ਼ਿਵ ਜੀ ਨੇ ਕਹਿੰਦੇ ਆਪਣੇ ਹੱਥ ਦੇ ਨਾਲ ਮਾਰੇ ਹਨ। ਅਨੰਤ ਸੂਰਮਾ ਬਣੇ। ਜਿਹੜੇ ਸੂਰਮਾ ਬਣੇ ਠਣੇ ਹੋਏ ਸੀ। ਰਸਾਵਲ ਛੰਦ ਸਿਲਹਿ ਸੰਜ ਸੱਜੇ। ਕਿਸੇ ਨੇ ਕਹਿੰਦੇ ਸਿਲਾ ਸ਼ਸਤਰ ਨੂੰ ਸਜਾਇਆ ਹੈ, ਕੋਈ ਸੰਜੋਆਂ ਨਾਲ ਸਜੇ। ਸਿਲਾ ਸੰਜ ਸਿਲੇ ਸ਼ਾਸਤਰ ਤੇ ਸੰਜ ਸੰਜੋਆਂ ਦੇ ਨਾਲ ਸਜੇ ਹੋਏ। ਚਹੂ ਔਰ ਗੱਜੇ। ਚਾਰੇ ਤਰਫਾਂ ਤੋਂ ਕਹਿੰਦੇ ਗੱਜਦੇ ਹਨ। ਮਹਾਬੀਰ ਬੰਕੇ। ਮਹਾਨ ਜਿਹੜੇ ਬਾਂਕੇ ਸੂਰਵੀਰ ਹਨ। ਮਿਟਾ ਨਾਹਿ ਡੰਕੇ। ਇਸੇ ਤਰ੍ਹਾਂ ਜਿਨ੍ਹਾਂ ਦਾ ਕਹਿੰਦੇ ਲੋਕਾਂ ਵਿੱਚ ਡੰਕਾ ਵੱਜਦਾ ਸੀ, ਧੌਂਸਾ ਨਗਾਰਾ ਵੱਜਦਾ ਸੀ, ਉਹ ਅੱਜ ਮਿਟ ਨਹੀਂ ਰਹੇ, ਜੰਗ ਕਰਨੋਂ ਹਟ ਨਹੀਂ ਰਹੇ ਹਨ। ਰਸਾਵਲ ਬੱਜੇ ਘੋਰ ਬਾਜੰ। ਭਿਆਨਕ ਜਿਹੜੇ ਬਾਜੇ ਐ ਸਾਜ ਖੜਕੇ ਹਨ। ਸਜੇ ਸੂਰ ਸਾਜੰ। ਉਹਨਾਂ ਨੂੰ ਸੁਣ ਕੇ ਜਿਹੜੇ ਸੂਰਬੀਰ ਹੈ ਸ਼ਸਤਰਾਂ ਦੇ ਸਾਜੋ ਨਾਲ ਸਮਾਨ ਨਾਲ ਸਜ ਗਏ। ਘਣੰ ਜੇਮ ਗੱਜੇ। ਇਹ ਕਹਿੰਦੇ ਬੱਦਲ ਗੱਜਦੇ ਹੁੰਦੇ ਹਨ। ਮਹਿ ਖਿਆਸ ਸੱਜੇ। ਸਭ ਨੇ ਕਹਿੰਦੇ ਧਨਕ ਸਜਾ ਲਏ। ਰਸਾਵਲ ਮਹਿ ਖਿਆਸ ਧਾਰੀ। ਸਾਰਿਆਂ ਨੇ ਕਹਿੰਦੇ ਧਨਕ ਧਾਰਨ ਕੀਤੇ ਹੋਏ। ਚੱਲੇ ਵਿਓਮ ਚਾਰੀ। ਜਿਹੜੇ ਆਕਾਸ਼ ਵਿੱਚ ਵਿਚਰਨ ਵਾਲੇ ਉਹ ਵੀ ਚੱਲ ਪਏ ਹਨ। ਸੁਭਮ ਸੂਰ ਹਰਖੇ। ਸਾਰੇ ਜਿਹੜੇ ਚੰਗੇ ਚੰਗੇ ਸੂਰਬੀਰ ਹੈ ਉਹ ਹਰਖੇ ਹਨ, ਗੁੱਸੇ ਵਿੱਚ ਹੀ ਆਏ। ਸਰੰਗ ਧਾਰ ਬਰਖੇ। ਤੀਰਾਂ ਦੀ ਤਾਂ ਧਾਰ ਹੀ ਬਰਸਾਉਣਾ ਕੀਤੀ ਹੈ, ਤੀਰਾਂ ਦਾ ਮੀਂਹ ਬਰਸਾਇਆ ਹੈ। ਰਸਾਵਲ ਧਰੇ ਬਾਣ ਪਾਣੰ। ਸਭ ਨੇ ਆਪਣੇ ਹੱਥਾਂ ਵਿੱਚ ਤੀਰ ਧਾਰਨ ਕੀਤੇ ਆ, ਫੜੇ ਹੋਏ। ਚੜੇ ਤੇਜ ਮਾਣੰ। ਬੜੇ ਤੇਜ ਹੋ ਕੇ ਤੇ ਮਾਣ ਨਾਲ ਚੜੇ। ਕਟਾ ਕੱਟ ਬਾਹੈ। ਇਸ ਤਰ੍ਹਾਂ ਕਟਾ ਕੀ ਕਟਾਰ ਨਾਲ ਕੱਟਣ ਲਈ ਬਾਹੈ। ਉਹ ਜਿਹੜੀ ਕਟਾਰ ਹੈ ਉਹਨੂੰ
ਕਟਾ ਵੱਡੀ ਕਰਨ ਲਈ ਬਾਹੈ ਕੀਏ ਚਲਾਉਂਦੇ ਹਨ। ਅਧੋ ਅੰਗ ਲਾ ਹੈ ਅੱਧੋ ਅੱਧੀ ਕਰਕੇ ਅੰਗਾਂ ਨੂੰ ਲਾ ਦਿੰਦੇ ਕਟਾਰ ਨਾਲ। ਰਸਾਵਲ ਰਿਸੇ ਰੋਸ ਰੁਦਰੰ। ਸ਼ਿਵ ਜੀ ਕਹਿੰਦੇ ਗੁੱਸੇ ਵਿੱਚ ਆ ਕੇ ਉਹ ਕ੍ਰੋਧਵਾਨ ਹੋਏ ਹੈ, ਗੁੱਸੇ ਵਿੱਚ ਆ ਕੇ ਬੜੇ ਗੁੱਸੇ ਸਹਿਤ ਹੋਏ ਹੈ, ਜਾਂ ਰੁਦਰ ਰਸ ਵਿੱਚ ਕਹਿੰਦੇ ਗੁੱਸੇ ਹੋਏ ਹੈ ਸ਼ਿਵ ਜੀ। ਚੱਲੈ ਭਾਜ ਸ਼ੁਦਰੰ। ਆ ਵੇਖ ਕੇ ਸ਼ਿਵ ਜੀ ਨੂੰ ਗੁੱਸੇ ਵਿੱਚ ਹੈ ਜਿਹੜੇ ਸ਼ੁਦਰ ਨੀਚ ਹੈ ਤੇ ਉਥੋਂ ਭੱਜ ਚੱਲੇ ਹਨ। ਮਹਾਬੀਰ ਗੱਜੇ। ਜਿਹੜੇ ਚੰਗੇ ਸੂਰਬੀਰ ਸੀ ਉਹ ਗੱਜ ਪਏ ਹਨ। ਸਿਲਹਿ ਸੰਜ ਸੱਜੇ। ਇਹਨਾਂ ਨੇ ਸਿਲੇ ਸ਼ਾਸਤਰ ਤੇ ਹੋਰ ਸੰਜੋਆਂ ਨੂੰ ਸਜਾਇਆ ਹੋਇਆ ਹੈ ਸੀ। ਰਸਾਵਲ ਲਏ ਸ਼ਕਤ ਪਾਣ। ਆ ਕਿਸੇ ਨੇ ਆਪਣੇ ਹੱਥਾਂ ਵਿੱਚ ਲੋਹੇ ਦੀਆਂ ਬਰਸ਼ੀਆਂ ਲਈਆਂ। ਚੜੇ ਤੇਜ ਮਾਨ। ਹੈ ਬੜੇ ਤੇਜ ਤਰਾਰੇ ਹੋ ਕੇ ਤੇ ਮਾਣ ਨਾਲ ਹੰਕਾਰ ਨਾਲ ਚੜੇ। ਗਣਗਾੜ ਗੱਜੇ। ਬਹੁਤੇ ਜਿਹੜੇ ਗਣ ਹੈ ਉਹ ਗੜ ਗੜ ਕਰਦੇ ਹੋਏ ਗੱਜਦੇ ਹਨ। ਰਣ ਰੁਦਰ ਰਾਜੇ। ਇਸ ਤਰ੍ਹਾਂ ਜੰਗ ਦੇ ਵਿੱਚ ਰੁਦਰ ਕਈ ਸ਼ਿਵ ਜੀ ਵੀ ਸੋਭ ਰਹੇ। ਭਵੰ ਕੰਤ ਕਾਇੰ। ਜਿਹੜੇ ਫੱਟ ਹੈ ਉਹਨਾਂ ਵਿੱਚੋਂ ਪਗ ਪਗ ਕਰਕੇ ਲਹੂ ਨਿਕਲਦਾ ਹੈ। ਲਰੇ ਚੌਪ ਚਾਇੰ। ਬੜਾ ਚਾਵ ਸ਼ਾਹ ਕਰਕੇ ਲੜ ਰਹੇ। ਡਕੀ ਡਾਕ ਅਣੀਆਂ। ਜਿਹੜੀਆਂ ਡੈਣਾ ਹਨ ਡਕਣੀਆਂ ਉਹ ਲਹੂ ਪੀ ਪੀ ਕੇ ਡਕ ਗਈਆਂ ਹਨ। ਰੜੇ ਕਾਕਣੀਆਂ। ਆ ਜਿਹੜੀਆਂ ਕੌਣੀਆਂ ਉਹ ਵੀ ਉੱਥੇ ਬੋਲਦੀਆਂ ਹਨ। ਭਯੰ ਰੋਸ ਰੁਦਰੰ। ਉਸ ਵੇਲੇ ਸ਼ਿਵ ਜੀ ਗੁੱਸੇ ਸਹਿਤ ਹੋ ਗਿਆ ਹੈ। ਹਨ ਦੈਤ ਸ਼ੁਦਰੰ। ਜਿਹੜੇ ਨੀਚ ਦੈਤ ਜਾਂ ਕਹਿ ਡਰਪੋਕ ਦੈਤ ਮਾਰੇ ਹਨ। ਕਟੇ ਅੱਧ ਅੱਧੰ। ਉਹ ਦੈਤਾਂ ਨੂੰ ਅੱਧੋ ਅੱਧੀ ਕਰਕੇ ਕੱਟ ਵੜ ਦਿੱਤਾ ਹੈ। ਭਈ ਸੈਨ ਬੱਦੰ। ਉਹ ਦੈਤਾਂ ਦੀ ਫੌਜ ਸਾਰੀ ਨਾਸ ਹੋ ਗਈ ਹੈ। ਰਿਸਿਓ ਸੂਲ ਪਾਣ। ਜਿਹਦੇ ਹੱਥਾਂ ਵਿੱਚ ਤਰਸੂਲ ਹੈ ਉਹ ਸ਼ਿਵ ਜੀ ਗੁੱਸੇ ਵਿੱਚ ਹੀ ਆਇਆ ਹੈ। ਹਣੇ ਦੈਤ ਭਾਣ। ਆ ਜਿਹੜੇ ਕਹਿੰਦੇ ਭਾਣੂ ਕੇ ਬੜੇ ਬੜੇ ਸੀ ਨਾ ਦੈਤ ਉਹ ਸਭ ਮਾਰ ਮੁਕਾਏ। ਸਰੰਗ ਓਗ ਛੁੱਟੇ। ਆਸੂ ਤੀਰ ਚੱਲੇ ਹਨ। ਘਣੰ ਜੇਮ ਟੁੱਟੇ। ਇਹ ਕਹਿੰਦੇ ਕੋਈ ਬੱਦਲ ਹੀ ਟੁੱਟ ਗਿਆ ਹੁੰਦਾ ਹੈ ਉਹ ਕਹਿੰਦੇ ਚੱਲ ਰਹੇ ਤੀਰ। ਰਣੰ ਰੁਦਰ ਗੱਜੇ। ਆ ਜੰਗ ਦੇ ਵਿੱਚ ਜਿਹੜੇ ਸ਼ਿਵ ਜੀ ਗੱਜ ਰਹੇ। ਤਬੈ ਦੈਤ ਭੱਜੇ। ਜਿਹੜੇ ਦੈਤ ਭੱਜ ਚੱਲੇ ਹਨ। ਤਜੇ ਸ਼ਾਸਤਰ ਸਰਬੰ। ਸਾਰਿਆਂ ਨੇ ਆਪਣੇ ਹੱਥਾਂ 'ਚੋਂ ਸ਼ਾਸਤਰ ਛੱਡ ਦਿੱਤੇ। ਮਿਟਿਓ ਦੇਹ ਗਰਬੰ। ਇਹਨਾਂ ਦੈਤਾਂ ਨੂੰ ਬੜਾ ਸਰੀਰ ਵਿੱਚ ਹੰਕਾਰ ਸੀ ਸਭ ਮਿਟ ਮੁੜ ਗਿਆ। ਚੌਪਈ ਧਾਇਓ ਤਬੈ ਅੰਧਕ ਬਲਵਾਨਾ। ਮੇਰਾ ਬਲ ਵਾਲਾ ਅੰਧਕ ਦੈਨ ਸੀ ਉਹਨੇ ਧਾਵਾ ਕੀਤਾ ਸ਼ਿਵ ਜੀ। ਸੰਗ ਲਸੈਨ ਦਾਨਵੀ ਨਾਨਾ। ਤਰ੍ਹਾਂ ਤਰ੍ਹਾਂ ਦੀ ਜਿਹੜੀ ਬਚਦੀ ਹੋਈ ਦੈਤਾਂ ਦੀ ਫੌਜ ਸੀ ਉਹਨੂੰ ਨਾਲ ਲੈ ਲਿਆ। ਅਮਿਤ ਬਾਣ ਨੰਦੀ ਕਹ ਮਾਰੇ। ਚੰਦਿਆ ਸਾਰ ਬਿਮਿਣਤੀ ਤੋਂ ਰਹਿ ਜਿਹੜੇ ਤੀਰ ਜੋ ਸ਼ਿਵ ਜੀ ਦਾ ਕਹਿੰਦੇ ਨੰਦੀ ਨਾਮ ਦਾ ਬੈਲ ਹੈ ਉਹਨੂੰ ਮਾਰੇ ਹਨ। ਵੇਦ ਅੰਗ ਕਹਿ ਪਾਰ ਪਧਾਰੇ। ਅੰਗਾਂ ਨੂੰ ਬਿਨ ਬਿਨ ਕੇ ਪਾਰਲੇ ਪਾਸੇ ਨਿਕਲ ਗਏ ਹਨ। ਜਬ ਹੀ ਬਾਣ ਲੱਗੇ ਬਾਹਨ ਤਨ। ਜਦੋਂ ਕਹਿੰਦੇ ਤੀਰ ਲੱਗੇ ਹੈ ਬਾਹਣ ਬਲਦ ਜਿਹੜਾ ਬਾਹਣ ਸਵਾਰੀ ਵਾਲਾ ਹੈ ਇਹ ਸਵਾਰੀ ਵਾਲੇ ਬੈਲ ਦੇ ਸਰੀਰ ਨੂੰ ਜਦੋਂ ਤੀਰ ਲੱਗੇ ਅੰਧਕ ਦੈਨ ਦੇ। ਰੋਸ ਜਗਿਓ ਤਬ ਹੀ ਸਿਵ ਕੇ ਮਨ। ਉਸੇ ਵੇਲੇ ਸ਼ਿਵ ਜੀ ਦੇ ਮਨ ਦੇ ਵਿੱਚ ਫਿਰ ਗੁੱਸਾ ਜਾਗ ਆਇਆ ਗੁੱਸਾ ਹੋਇਆ ਹੈ। ਅਦਕ ਰੋਸ ਕਰ ਵਿਸਿਖ ਚਲਾਏ। ਬੜੇ ਗੁੱਸੇ ਵਿੱਚ ਆ ਕੇ ਜ਼ਹਿਰੀਲੇ ਤੀਰ ਚਲਾਏ। ਭੂਮ ਆਕਾਸ਼ ਛਿਨਕ ਮਹਿ ਛਾਏ। ਧਰਤੀ ਆਕਾਸ਼ ਵਿੱਚ ਇੱਕ ਛਿਨ ਵਿੱਚ ਹੀ ਜਿਹੜੇ ਤੀਰ ਫੈਲ ਗਏ। ਬਾਣਾਵਲੀ ਰੁਦਰ ਜਬ ਸਾਜੀ। ਜਦੋਂ ਕਹਿੰਦੇ ਸ਼ਿਵ ਜੀ ਨੇ ਤੀਰਾਂ ਦੀ ਜਿਹੜੀ ਪੰਗਤੀ ਉਹ ਸਜਾਤੀ ਹੈ ਕਤਾਰ ਲਾਤੀ ਹੈ
तब ही सैन दानवी भाजी दैता दानुआ की फौज भज गई है। तब अंधिक शिव साम हटायो फिर कड़ा जरा अंधक दैत शिव जी के सामने जिनू धावा करके आया। धुंध जुद रण मद मचायो दोहां ने जंग दे विच जुद जा मचाया, जंग करना शुरू किया है। अड़िल 20 बाण तिन शिव है प्रहारे कोप कर वो अंधक दैत ने 20 जेड़े बाण हन गुस्सा करके कदे शिव जी नू मारे हन। लगे रुद्र के गात गए ओह कान कर ओह कान कर लगे रुद्र के गात गए ओह कान कर। कहने इस तरह का पाठ करना, कान करनी कान कर। कहने इस तरह शिव जी के शरीर दे विच लगे हन ते गए ओह घा निकलो। कहते दूसरे पर तरफ घानो तरफ दा दूसरे पासे निकल गए हन। गाहे पिनाक कह पान पिनाकी धायो पिनाक नाम दा तनक फड़ के पिनाकी के शिव जी ने धावा किया, दौड़िया उहदे उत्ते। हो तुमल जुद दुहवन रण मद मचायो तुमल बड़ा भयानक जिहड़ा जंग है दोहां ने बड़ा कहंदे जंग दे विच मचाया। जिहड़ी रण भूमिका उहदे विच दोहां ने बड़ा जंग मचाया, अंधक ते शिवा ने। अड़िल ताड़ सतर कहो बहर पिनाकी कोप होए। इस तरह कहंदे पिनाकी जिहड़ा शिव जी गुस्से विच होया, उन्हें अपने बैरी अंधक दैत नू धाड़िया। हणे दुष्ट कह बान निखंग ते काढ़ दुए। दुष्ट अंधक दैत नू पत्थे चों तीर कढ़ के दोक मारे रे वल्लों। गिरियो भूम भीतर सिर छतर प्रहारियो। इस तरह धरती दे उपर डिग पिया बैरी दे सिर ते तीर मारे सन। हो जनक गाज कर कोप बुरज कह मारे। कहंदे जानी कहंदे गाज कर बिजली ने क्रोध विच आके किसे बुरज नू किसे गुंबज नू कहंदे मारिया, तबाह कीता, बुरज ढाया है, सिर डिग्या है। टोटक घट एक बिखैर पचेत पयो। जिहड़ा अंधक दैन सी जदों सिर विच तीर लगे एक घड़ी तक बेहोश रहा। एक घड़ी तो बाद फिर जिहड़ा बैरी अंधक दा चेत हो गया, होश विच हो आया है। धन बाण चली पुन पान लयो। फिर बली अंधक दैत अपने हत्थां विच कहंदे धनक ते तीर ले लिया। कर कोप कुवंड करं करख्यो। बड़ा गुस्सा करके अपने हाथ भी जरा कुवंड की जरा धनक है उन्होंने करके किए खिंचिया है। सर धार बली घन ज्यों बरख्यो। तीरां दी जिहड़ी धार है बली ने जिवें कोई बदल बरसदा हुंदा है बरसाई है। टोटक छंद कर कोप बली बरख्यो बिसखं। कहंदे बली अंधक दैत ने गुस्सा करके बड़ा कहंदे जेड़े जहरीले तीर उन्होंने बरसाया है। यह और लगे निसरे दुसरंग। इधर इस तरफ शिव जी दे लगे हैं ते वो दूसरे पासे तीर निकल गए हैं लग के। तब कोप करंग शिव सूल लियो। उस वेले फिर गुस्सा किया शिव जी ने, क्रोध करके शिव जी ने अपने हाथ विच पर सूल ले लिया। अर को सिर काट दुखंड कियो। अपने बैरी अंधक दैन दा सिर जा कढ़ के दो टोटे कर दिता। बस यों कहंदे मार मुकाया अंधक दैत नू। ये प्रसंग इत्थे समाप्त हो गया। त्रिपुर दैत पहला मारे तिनपुरियां दा जिहड़ा मालक सी, रेरे वर्गा अंधक दैत सी, ਉਹਨੂੰ ਜਿਵੇਂ ਤਰਸੂਲ ਦੇ ਨਾਲ ਹੀ ਇਹ शिव जी ने मार मुकाया, दो टोटे कर ਦਿੱਤਾ। वो प्रसंग भी इतना पूरे हो गए। इस करके गुरु कलगीधर जी ने इत्थे अखर लिखाए, इत श्री विचित्र नाटके पिनाक पर वधै
अंधक बधै रुद्रो सत्य रुद्रो अस्त्याय समापत इति होया सुभाएमान विचित्र तरह तरह के नाटकों तमाशियां वाला प्रसंग जिमें पुनाक शिव जी ने पर विशेष करके बदन नाश किया अंधक नूं मारिया रुद्रो अस्त रुद्रो ने वो जरा त्याए थे समाप्त हुए शिव जी ने रुद्रो अस्त शिव जी का प्रसंग इत्थे समाप्त होया त्याग भी इत्थे समाप्त होया इस तरह अगे जिवें गौर वधै कथन गौर नूं गौरजां नूं मारिया सी वो प्रसंग गुरु कलगीधर जी ने अगले इतिहास दे विच उन्होंने लिखिया है वो आपां कल दे दीवान विच पढ़ा लवांगे जी। कर कोप बलि परख्यो बिसखं एह और लगे निसरे दुसरं तब कोप करं शिव सूल लियो अर को सिर काट दुखंड कियो। वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनाश हे पूरन हे सर्वमय दुख भंजन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे है पी हो बनहार हे संतां का सदा संग निदारा आधार हे ठाकुर हाँ दासरो मैं निर्गुण गुण नहीं कोई नानक दीजै नाम दान राखो हिया करो। आए प्रभ शरणागति कृपा निज दयाल एक अखर हर मन वसत नानक होत निहाल। वाहिगुरु नाम जहाज है जड़े सूतरे पार जो सरदा कर सेवंदे पारे उतारन हार जो सरदा कर सेवंदे पारे उतारन हार। ठाकुर